My dear students of 9th and 10th class, determiner holds a very important position in English grammar. Today our topic is regarding determiner. Let's start. A determiner is a word placed in front of a noun to specify quality, example, one dog, many dogs, or to clarify what the noun refers to. Example, my dog, that dog, the dog. Determiners modify noun by providing context and specificity to the noun. ਸੋ ਬੱਚਿਓ ਡਿਟਰਮੀਨਰ ਨੂੰ ਆਪਾਂ ਇੱਕ ਨਿਰਧਾਰਤ ਸ਼ਬਦ ਕਹਿੰਦੇ ਆ ਜੋ ਕਿਸੇ ਨਾਉਨ ਨੂੰ ਨਿਰਧਾਰਿਤ ਕਰਦਾ ਹੈ। ਜਿਵੇਂ ਇੱਕ ਐਗਜ਼ਾਮਪਲ ਵਿੱਚ ਦਿੱਤੀ ਆ ਵਨ ਡੌਗ, ਡੌਗ ਨਾਉਨ ਆ, ਵਨ ਡੌਗ ਯਾਨੀ ਇੱਕ, ਅਤੇ ਵਨ ਜਿਹੜਾ ਹੈਗਾ ਉਹ ਡਿਟਰਮੀਨਰ ਹੈ। ਮੈਨੀ ਡੌਗਸ ਕਾਫੀ ਕੁੱਤੇ, ਠੀਕ ਹੈ, ਇਹਦੇ ਵਿੱਚ ਮੈਨੀ ਵਰਡ ਜਿਹੜਾ ਆ ਉਹ ਡਿਟਰਮੀਨਰ ਆ। ਮਾਈ ਡੌਗ, ਮਾਈ ਡਿਟਰਮੀਨਰ ਆ। ਦ ਡੌਗ, ਦ ਡਿਟਰਮੀਨਰ ਆ। ਦੈਟ ਡੌਗ, ਦੈਟ ਡਿਟਰਮੀਨਰ ਆ। ਯਾਨੀ ਇੱਕ ਗੱਲ ਇਹ ਆ ਵੀ ਜਿਹੜਾ ਵੀ ਨਾਊਨ ਆਏਗਾ ਉਸ ਤੋਂ ਪਹਿਲਾਂ ਡਿਟਰਮੀਨਰ ਆਏਗਾ ਅਤੇ ਉਹ ਨਾਊਨ ਦੇ ਬਾਰੇ ਸਾਨੂੰ ਐਕਸਟਰਾ ਇਨਫੋਰਮੇਸ਼ਨ ਵਾਧੂ ਜਾਣਕਾਰੀ ਦੇਵੇਗਾ। ਸੋ ਡਿਟਰਮੀਨਰ ਸਾਨੂੰ ਇਹ ਦੱਸਦਾ ਹੈ ਕਿ ਕਿਸ ਦੀ ਗੱਲ ਹੋ ਰਹੀ ਹੈ ਅਤੇ ਕਿੰਨੀ ਮਾਤਰਾ ਵਿੱਚ ਹੋ ਰਹੀ ਹੈ। ਇਹ ਸਾਨੂੰ ਨਾਊਨ ਦੇ ਬਾਰੇ ਵਾਧੂ ਜਾਣਕਾਰੀ ਦਿੰਦਾ ਹੈ। ਇਸ ਨੂੰ ਐਡਜੈਕਟਿਵ ਵੀ ਕਿਹਾ ਜਾਂਦਾ ਹੈ ਕਿਉਂਕਿ ਸਾਨੂੰ ਇਹ ਨਾਊਨ ਦੀ ਵਿਸ਼ੇਸ਼ਤਾ, ਉਹਦੇ ਗੁਣ ਔਗਣ ਬਾਰੇ ਦੱਸਦਾ ਆ। ਅਸੀਂ ਇਹਨੂੰ ਐਡਜੈਕਟਿਵ ਵੀ ਕਹਿ ਸਕਦੇ ਹਾਂ। ਔਰ ਬੱਚਿਓ ਇਹ ਯਾਦ ਰੱਖਿਓ, ਹਮੇਸ਼ਾ ਡਿਟਰਮੀਨਰ ਜਿਹੜਾ ਆ ਉਹ ਨਾਊਨ ਤੋਂ ਪਹਿਲਾਂ ਆਏਗਾ। ਅਤੇ ਨਾਊਨ ਦੇ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ। ਨਾਊਨ ਕੀ ਹੁੰਦਾ ਆ? ਉਹ ਸ਼ਬਦ ਜੋ ਕਿਸੇ ਵਿਅਕਤੀ, ਵਸਤੂ, ਸਥਾਨ ਜਾਂ ਜਾਨਵਰ ਲਈ ਯੂਜ਼ ਕਰਦੇ ਹਾਂ। ਪਰਸਨ, ਪਲੇਸ, ਐਨੀਮਲ ਔਰ ਥਿੰਗ, ਯਾਨੀ ਉਹ ਸ਼ਬਦ ਜੋ ਇਹਨਾਂ ਚਾਰਾਂ ਲਈ ਵਰਤਦੇ ਉਹਨੂੰ ਅਸੀਂ ਨਾਊਨ ਕਹਿੰਦੇ ਹਾਂ। ਅਤੇ ਇਹਦੇ ਬਾਰੇ ਜਿਹੜਾ ਵਰਡ ਸਾਨੂੰ ਐਕਸਟਰਾ ਇਨਫੋਰਮੇਸ਼ਨ ਦਿੰਦਾ ਉਸ ਨੂੰ ਅਸੀਂ ਡਿਟਰਮੀਨਰ ਕਹਿੰਦੇ ਹਾਂ। ਸੋ ਕਾਈਂਡਸ ਆਫ ਡਿਟਰਮੀਨਰ, ਡਿਟਰਮੀਨਰ ਦੀਆਂ ਕੁਛ ਕਿਸਮਾਂ ਆ। 6 ਕਿਸਮਾਂ ਦਿੱਤੀਆਂ ਸਾਨੂੰ। ਆਰਟੀਕਲ, ਡੈਮੋਨਸਟ੍ਰੇਟਿਵ, ਪੋਜੈਸਿਵਸ, ਨਿਊਮੈਰੀਕਲ, ਕੁਆਂਟੀਟੇਟਿਵ, WH ਵਰਡਸ। ਸੋ ਇਹ 6 ਤਰ੍ਹਾਂ ਦੇ ਡਿਟਰਮੀਨਰ ਆ। ਉਹਦੀ ਐਗਜ਼ਾਮਪਲ ਅੱਗੇ ਦਿੱਤੀਆਂ, ਪਰ ਆਪਾਂ ਇਹਨਾਂ ਸਾਰਿਆਂ ਨੂੰ ਪਹਿਲਾਂ ਅਲੱਗ ਅਲੱਗ ਢੰਗ ਨਾਲ ਕਰਾਂਗੇ। ਸਭ ਤੋਂ ਪਹਿਲਾਂ ਆਰਟੀਕਲਸ। ਆਰਟੀਕਲਸ ਦੇ ਵਿੱਚ 3 ਡਿਟਰਮੀਨਰ ਆਉਂਦੇ ਆ, ਏ, ਐਨ, ਦ। A is used before words that start with consonant sounds. English ਦੇ ਵਿੱਚ ਜਿਹੜੇ ਐਲਫਾਬੈਟਸ ਆ ਉਹਦੇ ਵਿੱਚ ਕੁਛ ਵਾਵਲਸ ਨੇ, ਬਾਕੀ ਸਾਰੇ ਕੌਨਸੋਨੈਂਟ ਨੇ। ਤਾਂ ਜਿਹੜੇ ਕੌਨਸੋਨੈਂਟ ਆ ਤਾਂ ਬੱਚਿਓ ਉਹਨਾਂ ਵਰਡਸ ਦੀ ਸਾਊਂਡ ਜਿਹੜੀ ਡਿਫਰੈਂਟ ਆ, ਅਤੇ ਵਾਵਲ ਜਿਹੜੇ ਹੈਗੇ ਉਹਨਾਂ ਦੀ ਸਾਊਂਡ ਡਿਫਰੈਂਟ ਆ। ਅਤੇ ਜੇਕਰ ਅਸੀਂ ਆਰਟੀਕਲ ਯੂਜ਼ ਕਰਨੇ ਆ ਉਹਨਾਂ ਦੇ ਵਿੱਚ ਏ ਅਤੇ ਐਨ ਦਾ ਯੂਜ਼ ਦੇਖਣਾ ਆ, ਅਤੇ ਸਾਨੂੰ ਵਾਵਲ ਸਾਊਂਡ ਪ੍ਰੋਡਿਊਸ ਕਰਨ ਵਾਲੇ ਜਿਹੜੇ ਵਰਡ ਆ ਉਹਨਾਂ ਨੂੰ ਯਾਦ ਰੱਖਣਾ ਪਏਗਾ। ਥੱਲੇ ਦੇਖੋ ਦਿੱਤੇ ਹੋਏ ਆ ਜਿਹੜੇ ਵਾਵਲ ਦੀ ਸਾਊਂਡ ਦੱਸਦੇ ਆ। ਉਹ 5 ਵਰਡ ਆ, AEIOU, ਠੀਕ ਹੈ। ਤਾਂ ਜਿਹੜੇ ਕੌਨਸੋਨੈਂਟ ਸਾਊਂਡ ਦਿੰਦੇ ਆ ਸਾਨੂੰ, ਉਹਨਾਂ ਦੇ ਅੱਗੇ ਹਮੇਸ਼ਾ ਏ ਆਏਗਾ। ਜਿਹੜੇ ਸਾਨੂੰ ਵਾਵਲ ਦੀ ਸਾਊਂਡ ਦੇਣਗੇ ਉਹਦੇ ਅੱਗੇ ਐਨ ਆਏਗਾ। ਦੇਖੋ ਐਗਜ਼ਾਮਪਲ ਦਿੱਤੀਆਂ ਹੋਈਆਂ, ਏ ਸੈਂਪਲ, ਏ ਮਾਡਲ, ਏ ਯੂਨਿਟ, ਐਨ ਇਕੁਏਸ਼ਨ, ਈ ਦੀ ਆਵਾਜ਼ ਦੇ ਰਿਹਾ ਹੈ। ਐੜੇ ਅਤੇ ਈਡੀ, ਜੇ ਆਪਾਂ ਵਾਵਲ ਸਾਊਂਡ ਦੇਖੀਏ ਵੈਸੇ ਤਾਂ 5 ਸਾਡੇ ਕੋਲ ਅਕਸ਼ਰ ਆ, ਪਰ ਜਦੋਂ ਆਪਾਂ ਸਾਊਂਡ ਦੇਖਾਂਗੇ ਤਾਂ ਐੜੇ ਦੀ ਸਾਊਂਡ ਆਏਗੀ ਅਤੇ ਈਡੀ ਦੀ ਸਾਊਂਡ ਮੋਸਟਲੀ ਆਏਗੀ, ਜਾਂ ਊੜੇ ਦੀ ਸਾਊਂਡ ਆਏਗੀ, ਠੀਕ ਹੈ। ਐੜਾ, ਊੜਾ ਅਤੇ ਈਡੀ ਦੀ ਸਾਊਂਡ ਜਿਹੜੇ ਵਰਡਸ ਦੇਣਗੇ ਉਹ ਸਾਡੇ ਵਾਵਲ ਵਰਡ ਹੋਣਗੇ, ਠੀਕ ਹੈ। ਅਤੇ ਉਹਨਾਂ ਨੂੰ ਉਹਨਾਂ ਦੇ ਅੱਗੇ ਅਸੀਂ ਐਨ ਲਾਵਾਂਗੇ, ਉਸ ਤੋਂ ਇਲਾਵਾ ਸਾਰਿਆਂ ਦੇ ਅੱਗੇ ਅਸੀਂ ਏ ਲਾਵਾਂਗੇ। ਅਤੇ ਏ ਅਤੇ ਐਨ ਦੋਵੇਂ ਜਿਹੜੇ ਇਨਡੈਫੀਨੇਟ ਆਰਟੀਕਲਸ ਆ, ਯਾਨੀ ਇਹ ਹਮੇਸ਼ਾ ਉੱਥੇ ਇੱਕ ਨਾਊਨ ਦੇ ਅੱਗੇ ਲੱਗਣਗੇ, ਯਾਨੀ ਇੱਕ ਨਾਊਨ ਦੇ, ਇਹਨਾਂ ਦਾ ਮਤਲਬ ਇੱਕ ਹੁੰਦਾ, ਇਹ ਉਸ ਨਾਊਨ ਦੇ ਅੱਗੇ ਲੱਗਣਗੇ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਹੈਗਾ।
यानी इनडेफिनेट आ, अनिश्चित आ। ठीक है, तो जिहड़ा दा आ वो डेफिनेट आर्टिकल जिहदी बारे सानू पता आ किसी खास चीज़ की जो असीं गल करांगे ना उहदे अगे दा लगूगा। जो खास चीज़ की असीं गल करते हैं तो वह दा लगेगा, भावें वो एक आ या एक तो ज़्यादा आ। ए ते एन एक ना लगेगा पर वो भी इनडेफिनेट दे नाल। हुण अगे देखते हैं आपां इन्हां दे कुछ यूजिस। यूज एन बिफोर अ वर्ड दैट स्टार्ट विद वावल साउंड। वावल साउंड की गल दसदी है, ऊड़ा ऐड़ा ते ईड़ी ਜਿਹੜੇ ਵੀ ਨਾउन ਇਹ ਸਾਊਂਡ ਪ੍ਰੋਡਿਊਸ ਕਰਨਗੇ ਉਹਨਾਂ ਦੇ ਅੱਗੇ ਐਨ ਲੱਗੇਗਾ। ਠੀਕ ਹੈ, ਜੋ ਇਹ ਇਫ ਇਟ ਡਜ਼ ਨਾਟ ਸਟਾਰਟ ਵਿਦ ਵਾਵਲ ਸਾਊਂਡ ਯੂਜ਼ ਏ। ਜੇ ਵਾਵਲ ਸਾਊਂਡ ਨਹੀਂ ਆਉਂਦੀ ਤਾਂ ਇਹ ਲਾਉਣਾ ਆਪਾਂ। ਦੇਖੋ ਇਹ ਮੈਨ, ਐਨ ਐਲੀਫੈਂਟ, ਈਡੀ ਦੀ ਆਵਾਜ਼ ਸਟਾਰਟ, ਐਲੀਫੈਂਟ ਐੜੇ ਦੀ ਆਵਾਜ਼ ਆਉਂਦੀ ਪਈ ਆ, ਬੇਸ਼ੱਕ ਵਰਡ ਈ ਆ ਪਰ ਆਵਾਜ਼ ਐੜੇ ਦੀ ਆਉਂਦੀ ਪਈ ਆ, ਊੜਾ ਐੜਾ ਤੇ ਈਡੀ। ਬਟ ਲੁੱਕ ਐਟ ਦਿਸ, ਆ ਹਾਊਸ ਹਾਹੇ ਦੀ ਆਵਾਜ਼ ਆਉਂਦੀ ਪਈ ਤਾਂ ਹਾਊਸ ਏ ਲਾਇਆ। ਐਨ ਆਰ ਐਚ ਸਾਈਲੈਂਟ ਆ, ਹਾਵਰ ਨਹੀਂ ਕਹਿਣਾ। ਹਾਵਰ ਕਹਾਂਗੇ ਤਾਂ ਸਾਡੀ ਪ੍ਰੋਨਾਂਸੀਏਸ਼ਨ ਗਲਤ ਹੈ, ਆਵਰ ਕਹਿਣਾ। ਐੜਾ ਐੜੇ ਤੋਂ ਵਰਡ ਸ਼ੁਰੂ ਹੁੰਦਾ। ਆਪਾਂ ਜੇ ਉਹਨੂੰ ਪੰਜਾਬੀ ਲਿਖ ਕੇ ਦੇਖੀਏ, ਐੜੇ ਨੂੰ ਕਰਨਾ ਵਾਵਾ ਰਾਰਾ ਬਣਨਾ ਆਵਰ, ਤਾਂ ਐੜੇ ਨਾ ਸਾਊਂਡ ਉਹਦਾ, ਇਸ ਕਰਕੇ ਦੇ ਅੱਗੇ ਐਨ ਲਾਇਆ। ਸੋ ਇਹ ਯਾਦ ਰੱਖਣੀ ਵੀ ਆਪਾਂ ਸਾਊਂਡ ਨੂੰ ਕਿਵੇਂ, ਕਿਉਂਕਿ ਕੋਈ ਜਿਵੇਂ ਐਪਲ ਆ ਉਹਦੇ ਅੱਗੇ ਐੜੇ ਦੀ ਆਵਾਜ਼ ਆਉਂਦੀ, ਅੰਬਰੇਲਾ ਆ ਉਹਦੇ ਅੱਗੇ ਐੜੇ ਦੀ ਆਵਾਜ਼ ਆਉਂਦੀ, ਓਲ ਆ ਊੜੇ ਦੀ ਆਵਾਜ਼ ਆਉਂਦੀ ਹੈ ਨਾ। ਠੀਕ ਹੈ, ਇੰਜਨ ਆ ਈਡੀ ਦੀ ਆਵਾਜ਼ ਆਉਂਦੀ, ਅਤੇ ਇਹ ਸਾਰਿਆਂ ਦੇ ਅੱਗੇ ਐਨ ਆਏਗਾ। ਆਪਾਂ ਸਿਰਫ ਵਰਡ ਨਹੀਂ ਦੇਖਣੇ ਵੀ ਏ ਈ ਆਈ ਓ ਯੂ ਆ, ਇਹ ਨਹੀਂ ਹੈਗਾ ਵੀ ਇਹਨਾਂ ਦੇ ਨਾਲ ਕੋਈ ਆਪਣਾ ਨਾਉਨ ਸਟਾਰਟ ਹੁੰਦਾ ਅਤੇ ਆਪਾਂ ਉਹਦੇ ਅੱਗੇ ਐਨ ਲਾ ਦੇਣਾ। ਜੇ ਉਹ ਵਰਡ ਸਾਨੂੰ ਵਾਵਲ ਸਾਊਂਡ ਨਹੀਂ ਪ੍ਰੋਡਿਊਸ ਕਰਕੇ ਦੇ ਰਿਹਾ ਤਾਂ ਉਹਦੇ ਅੱਗੇ ਐਨ ਨਹੀਂ ਲੱਗਣਾ, ਉਹਦੇ ਅੱਗੇ ਏ ਹੀ ਲੱਗਣਾ ਹੈ। ਹੁਣ ਜਿਵੇਂ ਇੱਕ ਵਰਡ ਹੈਗਾ, ਕਈ ਵਾਰੀ ਆਉਂਦਾ ਵਨ ਆਈਡ ਪਰਸਨ। ਵਨ ਜਿਹੜਾ ਵਰਡ ਆ ਉਹ ਜਿਹੜਾ ਵੈਸੇ ਤਾਂ ਵਾਵਲ ਵਰਡ ਹੈਗਾ, ਪਰ ਉਹ ਜਿਹੜਾ ਹੈਗਾ ਵਨ ਵਾਵੇ ਦੀ ਆਵਾਜ਼ ਕੱਢਦਾ ਪਿਆ, ਊੜੇ ਦੀ ਆਵਾਜ਼ ਨਹੀਂ ਕੱਢਦਾ ਪਿਆ, ਇਸ ਕਰਕੇ ਉਹਦੇ ਅੱਗੇ ਏ ਲੱਗੇਗਾ। ਏ ਵਨ ਆਈਡ ਪਰਸਨ ਆਏਗਾ, ਐਨ ਵਨ ਆਈਡ ਨਹੀਂ ਆਏਗਾ। ਸੋ ਇਸ ਗੱਲ ਨੂੰ ਤੁਸੀਂ ਦਿਮਾਗ ਦੇ ਵਿੱਚ ਬਿਠਾ ਕੇ ਰੱਖਣਾ ਹੈ। ਨੈਕਸਟ ਹੈ ਯੂਜ਼ਸ ਆਫ ਦਾ। ਯੂਜ਼ ਦਾ definite article the with any noun when the specific identity of noun is known to the reader। यानी पढ़न वाले नूं जेकर जिस नाउन की गल हो रही है ਉਹਦੇ बारे पता आ, जे नहीं पता ए तो एन लगेगा, जे पता आ तो द लगेगा। use the articles the when a particular noun has already been mentioned previously। ਜੇਕਰ ਕਿਸੇ ਨਾउन ਨੂੰ ਅਸੀਂ ਉਸੇ ਪੈਰੇ ਦੇ ਵਿੱਚ ਪਹਿਲਾਂ ਵਰਤਿਆ ਆ ਤਾਂ ਉਹ ਸਾਡੇ ਲਈ ਇਨਡੈਫੀਨੇਟ ਆ, ਪਰ ਜਦੋਂ ਅਸੀਂ ਉਸ ਨੂੰ ਦੁਬਾਰਾ ਉਸੇ ਪੈਰੇ 'ਚ ਯੂਜ਼ ਕਰਦੇ ਹਾਂ ਤਾਂ ਉਹ ਸਾਡੇ ਲਈ ਡੈਫੀਨੇਟ ਬਣ ਜਾਂਦਾ, ਸਾਡੇ ਲਈ ਸਪੈਸੀਫਿਕ ਬਣ ਜਾਂਦਾ, ਕਿਉਂਕਿ ਸਾਨੂੰ ਉਹਦਾ ਪਤਾ ਲੱਗ ਜਾਂਦਾ ਆ, ਤਾਂ ਫਿਰ ਉਹਦੇ ਅੱਗੇ ਜਿਹੜਾ ਆ ਦਾ ਲੱਗੇਗਾ। ਦੇਖੋ ਕਿਵੇਂ ਆ, ਆਈ ਏਟ ਐਨ ਐਪਲ। ਐਨ ਐਪਲ, ਐਨ ਜਿਹੜਾ ਆ ਇਨਡੈਫੀਨੇਟ ਆਰਟੀਕਲ ਆ, ਐਨ ਲੱਗਾ ਇੱਥੇ। ਯੈਸਟਰਡੇ ਦਾ ਐਪਲ, ਅੱਗੇ ਉਸ ਤੋਂ ਬਾਅਦ ਐਨ ਨਹੀਂ ਲਾਇਆ ਉਹਨਾਂ ਨੇ, ਇੱਕ ਥਾਂ 'ਤੇ ਐਨ ਲਾਇਆ, ਅੱਗੇ ਦਾ ਲਾਤਾ। ਕਿਉਂ? ਕਿਉਂਕਿ ਅਸੀਂ ਐਪਲ ਦੀ ਗੱਲ ਉਸ ਇਹਨਾਂ ਲਾਈਨਸ ਦੇ ਵਿੱਚ ਪਹਿਲਾਂ ਕਰ ਚੁੱਕੇ ਹਾਂ। ਕੋਈ ਵੀ ਵਰਡ ਆ, ਕੋਈ ਵੀ ਨਾउन ਆ, ਇੱਕ ਵਾਰੀ ਸਾਡੇ ਲਈ ਜਿਹੜਾ ਆ ਅਨਸਪੈਸੀਫਿਕ ਹੋ ਸਕਦਾ ਹੈ, ਪਰ ਜਦੋਂ ਅਗਲੀ ਵਾਰੀ ਉਹਨੂੰ ਦੁਬਾਰਾ ਉਸੇ ਨੂੰ ਯੂਜ਼ ਕਰਦੇ ਹਾਂ ਤਾਂ ਉਹ ਸਪੈਸੀਫਿਕ ਬਣ ਜਾਂਦਾ ਹੈ। ਯੂਜ਼ ਦਾ ਆਰਟੀਕਲ ਦਾ ਵੈਨ ਐਨ ਐਡਜੈਕਟਿਵ ਫਰੇਜ਼ ਔਰ ਕਲੌਜ਼ ਔਰ ਡਿਸਕ੍ਰਾਈਬਿੰਗ ਦਾ ਨਾउन ਕਲੈਰੀਫਾਈ ਔਰ ਰਿਸਟ੍ਰਿਕਟ ਇਟਸ ਆਇਡੈਂਟੀਟੀ। ਜਦੋਂ ਕਿਸੇ ਐਡਜੈਕਟਿਵ ਫਰੇਜ਼ ਜਾਂ ਕਲੌਜ਼ ਦੀ ਗੱਲ ਅਸੀਂ ਐਜ਼ ਏ ਨਾउन ਕਰਦੇ ਹਾਂ, ਉਸ ਵੇਲੇ ਵੀ ਦਾ ਨੂੰ ਵਿੱਚ ਵਰਤਿਆ ਜਾਂਦਾ। ਦਾ ਬॉय ਸਿਟਿੰਗ ਨੈਕਸਟ ਟੂ ਮੀ ਰੇਜ਼ਡ ਹਿਜ਼ ਹੈਂਡ। ਹੁਣ ਜਿਵੇਂ ਮੈਂ ਕਿਤੇ ਬੈਠਿਆ, ਮੇਰੇ ਲਾਗੇ ਕੋਈ ਮੁੰਡਾ ਬੈਠਾ, ਭਾਵੇਂ ਮੇਰੇ ਲਈ ਜਾਣਕਾਰ ਨਹੀਂ ਹੈਗਾ, ਪਰ ਕੋਈ ਸਪੈਸੀਫਿਕ ਹੋ ਗਿਆ, ਦੱਸਿਆ ਜਾ ਰਿਹਾ ਵੀ ਇੰਨੇ ਮੁੰਡਿਆਂ ਦੇ ਵਿੱਚ ਉਹ ਮੁੰਡਾ ਜਿਹੜਾ ਤੁਹਾਡੇ ਲਾਗੇ ਬੈਠਾ ਆ ਉਹਦੀ ਗੱਲ ਹੋ ਰਹੀ, ਇਸ ਕਰਕੇ ਉਹਦੇ ਨਾਲ ਦਾ ਲੱਗਾ। ਥੈਂਕ ਯੂ ਫॉर ਦ ਐਡਵਾਈਸ ਯੂ ਗੇਵ ਮੀ। ਤੁਸੀਂ ਜੋ ਮੈਨੂੰ ਸਲਾਹ ਦਿੱਤੀ ਸੀ, ਦਾ ਐਡਵਾਈਸ। ਸਪੈਸੀਫਿਕ ਕਿਸੇ ਸਲਾਹ ਦੀ ਗੱਲ ਹੋ ਰਹੀ ਵੀ ਉਹ ਸਲਾਹ ਜੋ ਤੁਸੀਂ ਮੈਨੂੰ ਕਿਸੇ ਵੇਲੇ ਦਿੱਤੀ ਸੀ, ਕਿਸੇ ਖਾਸ ਗੱਲ ਦੀ ਬਾਰੇ ਹੋ ਰਹੀ, ਇਸ ਕਰਕੇ ਦਾ ਲੱਗਾ।
use the article the when the noun refers to something or someone that is unique। ਜਦੋਂ ਕਿਸੇ ਯੂਨੀਕ ਚੀਜ਼ ਦੀ ਗੱਲ ਕੀਤੀ ਜਿਹੜੀ ਇਸ ਸੰਸਾਰ ਦੇ ਵਿੱਚ ਇੱਕੋ ਹੀ ਆ, ਉਸ ਤੋਂ ਉਹਦੇ ਵਰਗੀ ਕੋਈ ਹੋਰ ਚੀਜ਼ ਹੈ ਨਹੀਂ ਗੀ, ਉੱਥੇ ਦਾ ਲੱਗੇਗਾ। ਦ ਥਿਊਰੀ ਆਫ ਰਿਲੇਟਿਵਿਟੀ, ਦਾ ਤਾਜ ਮਹਿਲ, ਹੁਣ ਤਾਜ ਮਹਿਲ ਜਿਹੜਾ ਇੱਕੋ ਹੀ ਹੈ ਸੰਸਾਰ 'ਚ, ਉਹਦੇ ਅੱਗੇ ਹਮੇਸ਼ਾ ਦਾ ਲੱਗੇਗਾ। ਯੂਜ਼ ਵਿਦ ਨਿਊਜ਼ਪੇਪਰ ਨੇਮਸ, ਕਈ ਅਖਬਾਰਾਂ ਦੇ ਨਾਂ ਦੇ ਅੱਗੇ ਵੀ ਦਾ ਲੱਗਦਾ। ਦ ਟ੍ਰਿਬਿਊਨ, ਦਾ ਹਿੰਦੁਸਤਾਨ ਟਾਈਮਸ, ਦਾ ਇਕਨੋਮਿਕ ਟਾਈਮਸ, ਦਾ ਟਾਈਮਸ ਆਫ ਇੰਡੀਆ। ਸੈਕਰਡ ਬੁੱਕਸ, ਜਿਹੜੀਆਂ ਹੋਲੀ ਬੁੱਕਸ ਹੈਗੀਆਂ, ਜਿਹੜੀਆਂ ਸਾਡੀਆਂ ਕਿਤਾਬਾਂ ਹਰੇਕ ਧਰਮ ਦੀਆਂ ਅਲੱਗ-ਅਲੱਗ ਹੈਗੀਆਂ, ਉਹਨਾਂ ਦੇ ਅੱਗੇ ਦਾ ਲੱਗਦਾ ਹਮੇਸ਼ਾ। ਦਾ ਬਾਈਬਲ, ਦਾ ਗੁਰੂ ਗ੍ਰੰਥ ਸਾਹਿਬ, ਦਾ ਗੀਤਾ, ਦਾ ਕੁਰਾਨ। Geographical names are confusing because some require the and some do not। ਭੂਗੋਲਿਕ ਚੀਜ਼ਾਂ ਦੀ ਗੱਲ ਜਦੋਂ ਹੁੰਦੀ ਆ, ਨਦੀਆਂ, ਪਹਾੜ, ਪਰਬਤ, ਸਮੁੰਦਰ, ਦਰਿਆ, ਤਾਂ ਕਈਆਂ ਦੇ ਅੱਗੇ ਦਾ ਲੱਗਦਾ, ਕਈਆਂ ਅੱਗੇ ਨਹੀਂ ਲੱਗਦਾ। ਇਹ ਤੁਹਾਨੂੰ ਯਾਦ ਕਰਨਾ ਪੈਣਾ। ਦੇਖੋ ਕੀ ਦੱਸਿਆ ਗਿਆ, ਯੂਜ਼ ਦਾ ਯੂਜ਼ ਹੋਣਾ ਇਹਨਾਂ ਚੀਜ਼ਾਂ ਨਾਲ। ਯੂਨਾਈਟਿਡ ਕੰਟਰੀਜ਼, ਜਦੋਂ ਬਹੁਤ ਸਾਰੇ ਦੇਸ਼ ਮਿਲ ਕੇ ਇੱਕ ਦੇਸ਼ ਦਾ ਨਾਂ ਦਿੰਦੇ, ਜਿਵੇਂ ਅਮਰੀਕਾ, ਉਹਦੇ ਵਿੱਚ ਕਈ ਦੇਸ਼ ਹੈਗੇ ਆ, ਤੁਹਾਨੂੰ ਯੂਨਾਈਟਿਡ ਅਮਰੀਕਾ ਦਾ ਲੱਗੂ ਉਹਦੇ ਅੱਗੇ। ਜਿਵੇਂ UAE ਆ, ਯੂਨਾਈਟਿਡ ਅਰਬ ਐਮੀਰੇਟਸ, ਉਹਦੇ ਵਿੱਚ ਵੀ ਕਈ ਦੇਸ਼ ਆ ਨਾ, ਦੁਬਈ, ਸ਼ਾਰਜਾ, ਹੋਰ ਕਈ, ਉਹਦੇ ਅੱਗੇ ਵੀ ਦਾ ਲੱਗੇਗਾ। ਲਾਰਜ ਰੀਜਨਸ, ਡੈਜ਼ਰਟਸ ਹੁੰਦਾ ਰੇਗਿਸਤਾਨ। ਪੈਨਿਨਸੁਲਾਸ, ਪਠਾਰ। ਓਸ਼ੀਅਨ, ਸੀ, ਸਮੁੰਦਰ। ਗਲਫਸ, ਕੈਨਾਲ, ਰਿਵਰ, ਮਾਊਂਟੇਨ ਰੇਂਜ, ਗਰੁੱਪਸ ਆਫ ਆਈਲੈਂਡ, ਦਵੀਪ ਸਮੂਹ, ਇਹਨਾਂ ਦੇ ਅੱਗੇ ਸਾਰਿਆਂ ਦੇ ਅੱਗੇ ਦਾ ਲੱਗੇਗਾ। ਦਾ ਸਹਾਰਾ ਡੈਜ਼ਰਟ, ਦਾ ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਦਾ ਗੰਗਾ ਦਰਿਆ ਦੇ ਅੱਗੇ ਦਾ ਲੱਗਾ ਹੈ। ਦਾ ਬ੍ਰਹਮਪੁੱਤਰ, ਦਾ ਹਿਮਾਲਿਆਸ, ਪਹਾੜ ਆ ਹਿਮਾਲਿਆ, ਵਿੱਚ ਬਹੁਤ ਸਾਰੇ ਪਹਾੜ ਆਉਂਦੇ, ਇਸ ਕਰਕੇ ਉਹਨੂੰ ਆਪਾਂ ਉਹਦੇ ਅੱਗੇ ਦਾ ਲਾਇਆ। ਨੈਕਸਟ ਹੈ ਡੂ ਨਾਟ ਯੂਜ਼ ਦਾ, ਜਿਨ੍ਹਾਂ ਦੇ ਅੱਗੇ ਦਾ ਨਹੀਂ ਲਾਉਣਾ ਆਪਾਂ। ਕੀ ਆ, ਸਟਰੀਟਸ, ਗਲੀਆਂ, ਪਾਰਕ, ਸਿਟੀਜ਼, ਸਟੇਟਸ, ਕੰਟਰੀਜ਼, ਮੋਸਟ ਕੰਟਰੀ, ਕੰਟੀਨੈਂਟਸ, ਬੇਸ, ਖਾੜੀ, ਸਿੰਗਲ ਲੇਕਸ, ਝੀਲਾਂ, ਸਿੰਗਲ ਮਾਊਂਟੇਨ, ਇੱਕ ਪਹਾੜ ਦੀ ਗੱਲ ਕਰਾਂਗੇ। ਆਈਲੈਂਡਸ ਦੀ ਗੱਲ ਕਰਾਂਗੇ, ਜਿਵੇਂ ਜਾਪਾਨ ਆ, ਇਹਦੇ ਅੱਗੇ ਦਾ ਜਾਪਾਨ ਨਹੀਂ ਲਾਵਾਂਗੇ। ਇੰਡੀਆ ਨਹੀਂ ਲਾਵਾਂਗੇ। ਹੁਣ ਮਾਊਂਟ ਐਵਰੈਸਟ ਜਿਹੜੀ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਆ, ਪਰ ਇੱਕੋ ਦੀ ਜਦੋਂ ਗੱਲ ਹੋਊਗੀ ਉਹਦੇ ਅੱਗੇ ਦਾ ਨਹੀਂ ਲਾਵਾਂਗੇ। ਹੁਣ ਹਿਮਾਲਿਆ, ਉਹਦੇ ਵਿੱਚ ਬਹੁਤ ਸਾਰੀਆਂ ਪਹਾੜੀਆਂ ਆਉਂਦੀਆਂ, ਇਸ ਕਰਕੇ ਉਹਦੇ ਅੱਗੇ ਦਾ ਹਿਮਾਲਿਆ ਲਾਇਆ। ਦਾ ਬੇ ਆਫ ਬੰਗਾਲ ਦੀ ਖਾੜੀ, ਜਿਹੜੀ ਇਹਦੇ ਅੱਗੇ ਦਾ ਨਹੀਂ ਲੱਗਣਾ, ਉਹ ਦਾ ਵੈਸੇ ਲੱਗਾ, ਗਲਤ ਹੈ, ਉਹ ਨਹੀਂ ਲਾਉਣਾ ਤੁਸੀਂ। ਐਗਜ਼ਾਮਪਲਸ ਆਫ ਦਾ ਯੂਜ਼ ਆਫ ਆਰਟੀਕਲਸ, ਆਰਟੀਕਲ ਕਿਵੇਂ ਯੂਜ਼ ਕਰਨੇ, ਉਹਦੀ ਐਗਜ਼ਾਮਪਲ ਕੁਛ ਦਿੱਤੀਆਂ, ਦੇਖੋ ਧਿਆਨ ਨਾਲ। ਆਈ ਡੂ ਨਾਟ ਵਾਂਟ ਏ ਗਨ ਇਨ ਮਾਈ ਹਾਊਸ, ਮੈਨੂੰ ਆਪਣੇ ਘਰ ਦੇ ਵਿੱਚ ਬੰਦੂਕ ਨਹੀਂ ਚਾਹੀਦੀ। ਬੰਦੂਕ ਦੀ ਗੱਲ ਹੋ ਰਹੀ ਹੈ, ਕਿਸੇ ਖਾਸ ਦੀ ਨਹੀਂ ਗੱਲ ਹੋ ਰਹੀ, ਕਿਸੇ ਵੀ ਬੰਦੂਕ ਦੀ ਗੱਲ ਹੋ ਰਹੀ ਹੈ, ਤਾਂ ਇਹ ਲਾਇਆ। ਦਾ ਗਨ ਇਜ਼ ਇਨ ਹਿਜ਼ ਅਲਮੀਰਾ। ਹੁਣ ਅਗਲੇ ਸੈਂਟੈਂਸ ਵਿੱਚ ਕੀ ਆ, ਕੋਈ ਕਹਿ ਰਿਹਾ ਵੀ ਬੰਦੂਕ ਜਿਹੜੀ ਹੈ ਅਲਮਾਰੀ ਦੇ ਵਿੱਚ ਹੈ, ਕਿਸੇ ਖਾਸ ਦੀ ਗੱਲ ਹੋ ਰਹੀ ਹੈ ਜਿਹੜੀ ਬੰਦੂਕ ਦੇ ਬਾਰੇ ਸਾਰਿਆਂ ਨੂੰ ਪਤਾ ਆ, ਤਾਂ ਉੱਥੇ ਇਹ ਗਨ ਨਹੀਂ ਲਿਆ, ਕਿਉਂਕਿ ਉਹਦੇ ਬਾਰੇ ਸਭ ਨੂੰ ਪਤਾ ਵੀ ਇੱਕ ਜਿਹੜੀ ਗਨ ਹੈਗੀ ਉਹ ਅਲਮਾਰੀ ਦੇ ਵਿੱਚ ਹੈ। ਖਾਸ ਕਿਸੇ ਬੰਦੂਕ ਦੀ ਗੱਲ ਹੋ ਰਹੀ ਹੈ ਜਿਹੜੀ ਉਹਨਾਂ ਨੇ ਲੈ ਕੇ ਰੱਖੀ ਹੋਈ ਆ। ਸ਼ੀ ਸੈਂਟ ਮੀ ਅ ਪੋਸਟ ਕਾਰਡ ਫਰੋਮ ਇਟਲੀ, ਉਹਨੇ ਮੈਨੂੰ ਇੱਕ ਪੋਸਟ ਕਾਰਡ ਹੁੰਦਾ ਇੱਕ ਚਿੱਠੀ ਵਾਂਗੂ ਭੇਜਿਆ ਮੈਨੂੰ ਇਟਲੀ ਤੋਂ। ਕੋਈ ਵੀ ਹੋ ਸਕਦਾ ਨਾ, ਖਾਸ ਨਹੀਂ ਗੱਲ ਕੀਤੀ ਵੀ, ਜੇ ਕੋਈ ਵਿੱਚ ਗੱਲ ਕਰ ਲੈਂਦੇ ਵੀ ਉਹ ਪੋਸਟ ਕਾਰਡ ਜਿਹਦੇ ਵਿੱਚ ਆਹ ਕੁਛ ਲਿਖਿਆ ਸੀ ਨਾ, ਫਿਰ ਉੱਥੇ ਦਾ ਲੱਗ ਜਾਣਾ। ਕੋਈ ਪੋਸਟ ਕਾਰਡ ਭੇਜਿਆ। ਇਟ ਇਜ਼ ਦਾ ਪੋਸਟ ਕਾਰਡ, ਹੁਣ ਉਸ ਪੋਸਟ ਕਾਰਡ ਦੀ ਦੁਬਾਰਾ ਗੱਲ ਹੋਈ ਹੈ। ਦੈਟ ਆਈ ਹੈਵ ਇਨ ਮਾਈ ਆਫਿਸ, ਉੱਦਾਂ ਦਾ ਮੇਰੇ ਆਫਿਸ ਦੇ ਵਿੱਚ। ਹੁਣ ਖਾਸ ਦੀ ਗੱਲ ਹੋ ਰਹੀ, ਮੇਰੇ ਆਫਿਸ 'ਚ ਇੱਕ ਪੋਸਟ ਕਾਰਡ ਹੈਗਾ, ਉਹ ਸਪੈਸੀਫਿਕ ਹੋ ਗਿਆ, ਖਾਸ ਹੋ ਗਿਆ, ਠੀਕ ਹੈ, ਇਸ ਕਰਕੇ ਉੱਥੇ ਦਾ ਲੱਗ ਗਿਆ। ਥੋੜ੍ਹਾ ਜਿਹਾ ਇਹਨੂੰ ਸਮਝਣਾ ਪੈਣਾ ਦਿਮਾਗ ਲਾ ਕੇ। ਨੈਕਸਟ ਹੁਣ ਆਪਾਂ ਉਹਦੀਆਂ ਅਗਲਾ ਜਿਹੜਾ ਡਿਟਰਮੀਨਰ ਉਹਦੀ ਗੱਲ ਕਰਦੇ। ਪਹਿਲਾਂ ਆਰਟੀਕਲ ਸੀਗਾ, ਆਰਟੀਕਲ 'ਚ 3 ਸੀ, ਏ ਐਨ ਦਾ। ਹੁਣ ਡੈਮੋਸਟ੍ਰੇਟਿਵ ਆਰਟੀਕਲ, ਡੈਮੋਸਟ੍ਰੇਟਿਵ ਹੁੰਦਾ ਦਿਖਾਉਣ ਵਾਲੇ। ਡੈਮੋਸਟ੍ਰੇਟਿਵ ਡਿਟਰਮੀਨਰ ਰੈਫਰਸ ਟੂ ਏ ਪਰਸਨ, ਪਲੇਸ, ਆਰਟੀਕਲ, ਥਿੰਗ ਐਂਡ determine their physical and psychological distance। ਫਿਜ਼ੀਕਲ ਐਂਡ ਸਾਈਕੋਲੋਜੀਕਲ, ਫਿਜ਼ੀਕਲ ਹੁੰਦਾ ਸਰੀਰਕ ਤੌਰ 'ਤੇ, ਜਿਵੇਂ ਤੁਹਾਡਾ ਕੋਈ ਦੋਸਤ ਤੁਹਾਡੇ ਸਾਹਮਣੇ ਖੜਾ ਹੈ 2 ਮੀਟਰ ਦੂਰ, ਉਹ ਤੁਹਾਡਾ ਫਿਜ਼ੀਕਲ ਡਿਸਟੈਂਸ ਹੈਗਾ। ਜਾਂ ਇੱਕ ਤੁਹਾਡਾ ਸਾਥੀ ਕੋਈ ਘਰੇ ਬੈਠਾ ਹੈ, ਉਹ ਤੁਸੀਂ ਉਹਦੀ ਗੱਲ ਕਰਦੇ ਹੋ, ਉਹ ਸਾਈਕੋਲੋਜੀਕਲ ਹੈਗਾ, ਕਿਉਂਕਿ ਦਿਮਾਗੀ ਤੌਰ 'ਤੇ ਤੁਸੀਂ ਉਹਦੀ ਗੱਲ ਕਰਦੇ ਪਏ ਵੀ ਉਹ ਰਾਮ ਜਿਹੜਾ ਮੇਰਾ ਬਹੁਤ ਵਧੀਆ ਦੋਸਤ ਆ, ਬੇਸ਼ੱਕ ਉਹ ਤੁਹਾਡੇ ਕੋਲ ਨਹੀਂ ਹੈਗਾ, ਉਹ ਹੈਗਾ ਸਾਈਕੋਲੋਜੀਕਲ ਡਿਸਟੈਂਸ ਫਰੋਮ ਦਾ ਸਪੀਕਰ, ਬੋਲਣ ਵਾਲਾ। ਐਗਜ਼ਾਮਪਲ ਆਫ ਡੈਮੋਸਟ੍ਰੇਟਿਵ
are here, this, these, there, those, that। ਹੁਣ ਸਮਝਣ ਲਈ ਆ ਚਾਰਟ ਇੱਕ ਹੈਗਾ, ਦੇਖੋ this, that, these, those, ਇਹ ਮੇਨ ਇਹ ਆ ਚਾਰ। ਹੁਣ ਦੇਖੋ ਇੱਕ ਦੀ ਗੱਲ ਕਰਾਂਗੇ, this apple, ਦੇਖੋ ਉਂਗਲ ਲੱਗੇ ਆ ਯਾਨੀ ਬਿਲਕੁਲ ਕੋਲ ਆ ਤੁਹਾਡੇ। that apple ਯਾਨੀ ਉਹ ਦੂਰ, ਭਾਵੇਂ ਤੁਹਾਨੂੰ ਦਿਖਦਾ ਆ ਜਾਂ ਤੁਹਾਡੀ ਵਿਜ਼ੀਬਿਲਟੀ ਤੋਂ ਵੀ ਦੂਰ ਆ। ਇੱਕ ਦੀ ਗੱਲ ਕਰਾਂਗੇ ਉੱਥੇ ਲਾਗੇ ਵਾਸਤੇ this, ਦੂਰ ਵਾਸਤੇ that। ਇੱਕ ਤੋਂ ਜ਼ਿਆਦਾ ਦੀ ਗੱਲ ਕਰਾਂਗੇ these ਆਊਗਾ ਜਿਹੜਾ ਤੁਹਾਡੇ ਲਾਗੇ ਆ, ਜੇ ਦੂਰ ਆ ਤਾਂ those ਆਊਗਾ। ਦੇਖੋ ਸਾਫ ਸਾਫ ਫੋਟੋ ਦੇ ਵਿੱਚ ਪਤਾ ਲੱਗਦਾ। ਤੀਸਰਾ ਹੈਗਾ ਪੋਜੈਸਿਵ ਡਿਟਰਮੀਨਰ। ਇਨ ਇੰਗਲਿਸ਼ ਗ੍ਰਾਮਰ, a possessive determiner is a type of function word used in front of a noun to express possession or belonging। possession or belonging ਹੁੰਦਾ ਜਿਹੜੀ ਤੁਹਾਡੀ ਚੀਜ਼ ਹੈ, ਤੁਹਾਡੇ ਨਾਲ ਸੰਬੰਧਿਤ। possession ਹੁੰਦਾ ਕਬਜ਼ਾ। ਕਬਜ਼ੇ ਦਾ ਮਤਲਬ ਇਹ ਹੁੰਦਾ ਵੀ ਜੋ ਤੁਹਾਡੇ ਕੋਲ ਆ ਜਾਂ ਤੁਹਾਡਾ ਆ ਜਾਂ ਕਿਸੇ ਦਾ ਵੀ ਹੈ, ਯਾਨੀ ਕਿਸੇ ਵੀ ਨਾਉਨ ਦਾ ਕਿਸੇ ਦਾ ਹੋਣਾ, ਤੁਹਾਡਾ ਜਾਂ ਕਿਸੇ ਹੋਰ ਦਾ ਜਾਂ ਮੇਰਾ ਆ ਜਾਂ ਉਸ ਦਾ ਆ ਜਾਂ ਮੇਰੇ ਭਰਾ ਦਾ ਆ ਜਾਂ ਮੇਰੇ ਡੈਡੀ ਦਾ ਆ ਜਾਂ ਮੇਰੇ ਦੋਸਤ ਦਾ ਆ, ਉਹਨੂੰ ਕਹਿੰਦੇ ਪੋਜੈਸ਼ਨ ਜਾਂ ਬਿਲੋਂਗਿੰਗ। ਮਾਈ ਫੋਨ, ਫੋਨ ਮੇਰਾ ਫੋਨ। ਯੂਅਰ ਫੋਨ, ਹਰ ਫੋਨ। ਠੀਕ ਹੈ, ਯਾਨੀ ਫੋਨ ਦਾ ਸੰਬੰਧ ਜਿਹੜਾ ਵਰਡ ਨਾਲ ਦੱਸਦਾ ਹੈ ਉਹਨੂੰ ਅਸੀਂ ਪੋਜੈਸਿਵ ਡਿਟਰਮੀਨਰ ਦੇ ਵਿੱਚ ਲੈਂਦੇ ਹਾਂ। ਦਾ ਪੋਜੈਸਿਵ ਡਿਟਰਮੀਨਰਸ ਇਨ ਇੰਗਲਿਸ਼ ਆਰ ਮਾਈ, ਯੂਅਰ, ਹਿਜ਼, ਹਰ, ਇਟ, ਆਵਰ ਐਂਡ ਦੇਅਰ। ਇਹ ਕੁਛ ਹੈਗੇ ਪੋਜੈਸਿਵ ਡਿਟਰਮੀਨਰ, ਸਾਡੀ ਲਿਸਟ ਦਿੱਤੀ ਹੋਈ ਆ। ਮਾਈ ਮਤਲਬ ਮੇਰਾ, ਯੂਅਰ ਮਤਲਬ ਤੁਹਾਡਾ, ਹਿਜ਼ ਮੁੰਡਿਆਂ ਵਾਸਤੇ ਲੱਗਦਾ, ਜਿਵੇਂ ਹਿਜ਼ ਪੈਨ ਉਸ ਦਾ ਪੈਨ, ਹਰ ਪੈਨ ਉਸ ਦਾ ਪੈਨ ਲੇਕਿਨ ਕੁੜੀਆਂ ਲਈ ਲੱਗਦਾ। ਇਟਸ ਲੱਗ ਜਾਂਦਾ ਜਾਨਵਰ ਲਈ। ਠੀਕ ਹੈ, ਆਵਰ ਸਾਡੇ ਲਈ, ਯੂਅਰ ਫਿਰ ਆ ਗਿਆ ਦੇਅਰ ਉਹਨਾਂ ਲਈ। ਤਾਂ ਇਹ ਵਰਡ ਜਦੋਂ ਨਾਉਨ ਤੋਂ ਪਹਿਲਾਂ ਆਉਣਗੇ ਤਾਂ ਉਹਨੂੰ ਅਸੀਂ ਪੋਜੈਸਿਵ ਡਿਟਰਮੀਨਰ ਕਹਾਂਗੇ। ਅੱਗੇ ਆ ਜੀ ਕੁਆਂਟੀਟੇਟਿਵ ਡਿਟਰਮੀਨਰਸ। ਕੁਆਂਟੀਟੇਟਿਵ ਡਿਟਰਮੀਨਰ ਕੁਆਂਟੀਟੇਟਿਵ ਯਾਨੀ ਕੁਆਂਟਿਟੀ ਨਾਲ, ਮਾਤਰਾ ਨਾਲ ਸੰਬੰਧ ਰੱਖਦੇ, ਗਿਣਤੀ ਨਾਲ ਸੰਬੰਧ ਰੱਖਦੇ। ਕੁਆਂਟੀਟੇਟਿਵ ਡਿਟਰਮੀਨਰਸ ਆਰ ਯੂਜ਼ ਟੂ ਇੰਡੀਕੇਟ ਦਾ ਕੁਆਂਟਿਟੀ ਆਫ ਸਮਥਿੰਗ। ਕਿਸੇ ਚੀਜ਼ ਦੀ ਗਿਣਤੀ ਮਿਣਤੀ ਦੇ ਬਾਰੇ ਦੱਸਣਾ, ਉਹਨੂੰ ਅਸੀਂ ਕੁਆਂਟੀਟੇਟਿਵ ਡਿਟਰਮੀਨਰ ਕਹਿੰਦੇ। ਦਾ ਮੋਸਟ ਕਾਮਨਲੀ ਯੂਜ਼ਡ ਕੁਆਂਟੀਫਾਇਰਸ ਆਰ ਸਮ, ਐਨੀ, ਮਚ, ਮੋਰ ਔਰ ਲੈਸ, ਲਿਟਲ, ਇਨਫ, ਆਲ, ਬੋਥ। ਇਹ ਕੁਛ ਹੈਗੇ ਆ ਵੀ ਦਿੱਤੇ ਹੋਏ ਆ। ਬੋਥ, ਸਮ, ਬੋਥ, ਮੈਨੀ, ਮਚ, ਮੈਨੀ, ਲਿਟਲ, ਫਿਊ। ਸਮ ਬੁੱਕਸ, ਕੁਛ ਕਿਤਾਬਾਂ। ਐਨੀ ਪੈਨ, ਕੋਈ ਵੀ ਪੈਨ। ਹੁਣ ਸਮ ਅਤੇ ਐਨੀ ਮੋਸਟਲੀ ਇਕੱਠੇ ਆਉਂਦੇ ਆ। ਸਮ ਦਾ ਮਤਲਬ ਵੀ ਕੁਛ ਹੁੰਦਾ, ਐਨੀ ਦਾ ਮਤਲਬ ਹੁੰਦਾ ਕੁਛ ਜਾਂ ਕੋਈ ਵੀ। ਸਮ ਹਮੇਸ਼ਾ ਪੋਜ਼ੀਟਿਵ ਸੈਂਟੈਂਸ 'ਚ ਆਊਗਾ, ਐਨੀ ਨੈਗੇਟਿਵ 'ਚ ਆਊਗਾ, ਇਹ ਯਾਦ ਰੱਖਿਓ। ਪਰ ਜਦੋਂ ਇੰਟੈਰੋਗੇਟਿਵ ਸੈਂਟੈਂਸ ਆ ਜਾਂਦਾ ਹੈ, ਕੁਐਸਚਨ ਮਾਰਕ ਵਾਲਾ ਸੈਂਟੈਂਸ ਆ ਜਾਂਦਾ, ਪ੍ਰਸ਼ਨ ਵਾਲਾ ਆ ਜਾਂਦਾ, ਉਹਦੇ 'ਚ ਇਹਨਾਂ ਦਾ ਉਲਟਾ ਹੋ ਜਾਂਦਾ। ਤਾਂ ਸਮ ਜਿਹੜਾ ਆ ਉਹ ਨੈਗੇਟਿਵ 'ਚ ਆ ਜਾਂਦਾ, ਐਨੀ ਜਿਹੜਾ ਆ ਪੋਜ਼ੀਟਿਵ 'ਚ ਆ ਜਾਂਦਾ। ਫਿਊ ਫਰੈਂਡ, ਥੋੜ੍ਹੇ ਦੋਸਤ। ਫਿਊ, ਆ ਫਿਊ ਅਤੇ ਦਾ ਫਿਊ। ਲਿਟਲ, ਆ ਲਿਟਲ ਅਤੇ ਦਾ ਲਿਟਲ। ਫਿਊ ਦਾ ਮਤਲਬ ਥੋੜ੍ਹਾ ਜਿਹਾ, ਨਾ ਦੇ ਬਰਾਬਰ। ਲਿਟਲ ਦਾ ਮਤਲਬ ਵੀ ਆ ਥੋੜ੍ਹਾ ਜਿਹਾ, ਨਾ ਦੇ ਬਰਾਬਰ। ਠੀਕ ਹੈ, ਇਹ ਫਿਊ ਦਾ ਮਤਲਬ ਕੁਛ, ਥੋੜ੍ਹੀ ਜਿਹੀ ਗਿਣਤੀ, ਨਾ ਦੇ ਬਰਾਬਰ ਤੋਂ ਜ਼ਿਆਦਾ ਯਾਨੀ ਕੁਛ। ਇੱਦਾਂ ਹੀ ਲਿਟਲ, ਆ ਲਿਟਲ ਯਾਨੀ ਇਹ ਵੀ ਮਤਲਬ ਹੁੰਦਾ ਥੋੜ੍ਹਾ ਜਿਹਾ। ਫਿਰ ਹੈਗਾ ਦਾ ਲਿਟਲ ਜਾਂ ਦਾ ਫਿਊ। ਦਾ ਫਿਊ ਹੁੰਦਾ ਥੋੜ੍ਹਾ ਬਹੁਤ, ਜਿੰਨਾ ਵੀ ਆ, ਯਾਨੀ ਸਾਰਾ ਹੀ ਹੈ, ਥੋੜ੍ਹਾ ਹੀ ਆ ਪਰ ਸਾਰਾ ਹੀ। ਇਹਨੂੰ ਜਦੋਂ ਆਪਾਂ ਸੈਂਟੈਂਸ ਯੂਜ਼ ਕਰਾਂਗੇ ਫਿਰ ਸਾਨੂੰ ਸਮਝ ਲੱਗੂਗਾ। ਬੋਥ ਸਿਸਟਰਸ, ਆਲ ਸਟੂਡੈਂਟਸ, ਦੋਵੇਂ ਭੈਣਾਂ, ਸਾਰੇ ਬੱਚੇ, ਇਹ ਸਾਰੇ ਜਿਹੜੇ ਹੈਗੇ। ਅੱਗੇ ਆ ਬੱਚਿਓ ਨਿਊਮਰਲ ਡਿਟਰਮੀਨਰ। ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗਦਾ ਆ, ਉਹ ਡਿਟਰਮੀਨਰ ਜੋ ਨੰਬਰ ਨਾਲ ਸੰਬੰਧਿਤ ਆ, ਗਿਣਤੀ ਮਿਣਤੀ ਨਾਲ ਜਾਂ ਜਗ੍ਹਾ ਨਾਲ। ਨਿਊਮਰਲ ਡਿਟਰਮੀਨਰ ਆਰ ਦੋਜ਼ ਵਿਚ ਡਿਟਰਮਾਈਨਸ ਦਾ ਨੰਬਰ, ਪੋਜੀਸ਼ਨ ਐਂਡ ਕੁਆਂਟਿਟੀ ਆਫ ਏ ਨਾਊਨ। ਐਗਜ਼ਾਮਪਲ ਦਿੱਤੀਆਂ 1 2 3, ਇੱਦਾਂ ਗਿਣਤੀ ਹੋਵੇ ਜਿਵੇਂ 10 50 100 1000, ਜਾਂ ਫਸਟ, ਸੈਕਿੰਡ, ਥਰਡ, ਫੋਰਥ, 10th, 100th, ਈਚ, ਐਵਰੀ, ਬੋਥ, ਆਲ,
ਨਨ, ਆਈਦਰ, ਨਾਈਦਰ, ਫਿਊ, ਆ ਫਿਊ, ਦਾ ਫਿਊ। ਇਹ ਕੁਛ ਐਸੇ ਡਿਟਰਮੀਨਰ ਆ ਜਿਹੜੇ ਗਿਣਤੀ ਮਿਣਤੀ ਦੇ ਨਾਲ ਸੰਬੰਧਿਤ ਰੱਖਦੇ ਆ। ਇਹ ਸਾਰੇ ਨਿਊਮਰਲ ਡਿਟਰਮੀਨਰਸ ਦੇ ਵਿੱਚ ਆਉਂਦੇ ਆ। ਨੈਕਸਟ ਆ ਐਨ ਇੰਟੈਰੋਗੇਟਿਵ ਵਰਡ ਔਰ ਕੁਐਸਚਨ ਵਰਡ ਇਜ਼ ਏ ਫੰਕਸ਼ਨ ਵਰਡ ਯੂਜ਼ ਟੂ ਆਸਕ ਏ ਕੁਐਸਚਨ। ਹੁਣ ਅਗਲੀ ਗੱਲ ਜਿਹੜੀ ਆ ਲਾਸਟ ਸਾਡਾ ਸੀਗਾ ਉਹ ਸੀਗਾ WH ਵਰਡਸ। ਇਹ ਵੀ ਡਿਟਰਮੀਨਰ ਆ। ਉਹ ਕਿਹੜੇ ਆ? ਉਹ ਜਿਹੜੇ ਕੁਐਸਚਨ ਵਰਡਸ ਹੈਗੇ ਜਿਵੇਂ ਵਟ, ਵੇਅਰ, ਵਾਈ, ਵੈਨ, ਜਿਹੜੇ W ਤੋਂ ਸਟਾਰਟ ਹੁੰਦੇ ਆ ਉਹ ਵਟ, ਵਿਚ, ਵੈਨ, ਵੇਅਰ, ਹੂ, ਹੂਮ, ਹੂਜ਼, ਵਾਈ, ਵੈਦਰ, ਹਾਊ, ਇਹਨਾਂ ਨੂੰ ਆਪਾਂ WH ਵਰਡ ਕਹਿੰਦੇ ਆ। ਇਹ ਵੀ ਡਿਟਰਮੀਨਰ ਆ। ਸੋ ਬੱਚਿਓ ਇਹ ਸੀ ਸਾਡਾ ਡਿਟਰਮੀਨਰ ਅਤੇ ਉਹਦੇ ਕਾਈਂਡਸ। 6 ਤਰ੍ਹਾਂ ਦੇ ਉਹਦੀਆਂ ਕਿਸਮਾਂ 6 ਆਪਾਂ ਕਰ ਲਈਆਂ ਡਿਟੇਲ ਦੇ ਵਿੱਚ। ਅੱਗੇ ਐਕਸਰਸਾਈਜ਼ ਆ ਸੋਲਵ ਕੀਤੀ ਹੋਈ ਆ। ਆਪਾਂ ਇਹ ਦੇਖਣਾ ਵੀ ਉੱਥੇ ਜਿਹੜੀ ਚੀਜ਼ ਭਰੀ ਹੋਈ ਆ ਉਹ ਕਿਵੇਂ ਆਈ। ਹੁਣ ਅੱਗੇ ਬੱਚੇ ਆਪਾਂ ਸੋਲਵਡ ਐਕਸਰਸਾਈਜ਼ ਕਰਾਂਗੇ। ਸੋਲਵ ਇਸ ਕਰਕੇ ਕੀਤੀਆਂ ਹੋਈਆਂ ਤਾਂ ਕਿ ਤੁਹਾਨੂੰ ਸਮਝ ਲੱਗੇ ਵੀ ਜਿਹੜਾ ਉੱਥੇ ਡਿਟਰਮੀਨਰ ਭਰਿਆ ਉਹ ਕਿਉਂ ਭਰਿਆ। ਜੈਕ ਵਾਜ਼ 7 year old, ਜੈਕ 7 ਸਾਲ ਦਾ ਸੀ। ਹਿਸ ਸਿਸਟਰ ਜਿਲ ਵਾਜ਼ 1 year old, ਉਹਦੀ ਭੈਣ 1 ਸਾਲ ਦੀ ਸੀ। ਦੇਅਰ ਹਾਊਸ ਵਾਜ਼ ਔਨ ਏ ਹਿਲ, ਇੱਥੇ ਏ ਲੱਗਾ। ਹਿਲ ਹੁੰਦਾ ਪਹਾੜੀ, ਚੋਟੀ 'ਤੇ ਉਹਦਾ ਘਰ ਸੀਗਾ। ਇੱਕ ਪਹਾੜੀ 'ਤੇ ਘਰ ਸੀ। ਹੁਣ ਕਿਹੜੀ ਪਹਾੜੀ ਸਾਨੂੰ ਨਹੀਂ ਪਤਾ, ਇਸ ਕਰਕੇ ਉਹ ਇਨਡੈਫੀਨੇਟ ਆ, ਅਨਿਸ਼ਚਿਤ ਆ, ਪਤਾ ਨਹੀਂ ਸਾਨੂੰ, ਸਪੈਸੀਫਿਕ ਨਹੀਂ ਹੈਗੀ, ਇਸ ਕਰਕੇ ਏ ਲੱਗਾ। ਵਨ ਡੇ ਜੈਕ ਐਂਡ ਜਿਲ ਵਰ ਪਲੇਇੰਗ ਔਨ ਏ ਵਿਦ ਏ ਬਾਲ, ਇੱਕ ਬਾਲ ਨਾਲ ਖੇਡ ਰਹੇ ਸੀ। ਕਿਹੜੀ ਬਾਲ ਨਾਲ ਖੇਡ ਰਹੇ ਸੀ ਇਹ ਵੀ ਨਹੀਂ ਪਤਾ, ਇਸ ਕਰਕੇ ਏ ਲੱਗਾ। ਦਾ ਬਾਲ, ਹੁਣ ਉਸੇ ਬਾਲ ਦੀ ਦੁਬਾਰਾ ਗੱਲ ਕੀਤੀ ਉਹਨਾਂ ਨੇ ਤਾਂ ਸਾਨੂੰ ਪਤਾ ਲੱਗ ਗਿਆ ਵੀ ਕਿਹੜੀ ਬਾਲ ਦੀ ਗੱਲ ਕਰਦੇ, ਉਹ ਸਪੈਸੀਫਿਕ ਹੋ ਗਿਆ, ਇਸ ਕਰਕੇ ਏ ਨਹੀਂ ਲੱਗਾ, ਦਾ ਲੱਗਾ। ਦਾ ਬਾਲ ਰੋਲਡ ਡਾਊਨ ਦਾ ਹਿੱਲ, ਹਿੱਲ ਦੀ ਗੱਲ ਪਹਿਲਾਂ ਕੀਤੀ ਇਸ ਕਰਕੇ ਇੱਥੇ ਫਿਰ ਦਾ ਲੱਗ ਗਿਆ, ਏ ਨਹੀਂ ਲੱਗਾ। ਜੈਕ ਰੈਨ ਆਫਟਰ ਇਟ, ਜੈਕ ਉਹਦੇ ਪਿੱਛੇ ਭੱਜਾ। ਜਿਲ ਰੋਲ ਡਾਊਨ ਆਫਟਰ ਜੈਕ, ਜਿਲ ਵੀ ਉਹਦੇ ਮਗਰ ਆਈ। ਦੇਰ ਵਾਜ਼ ਆ ਰੋਡ, ਰੋਡ ਦੀ ਗੱਲ ਪਹਿਲੀ ਵਾਰੀ ਹੋ ਰਹੀ ਹੈ, ਏ ਲੱਗਾ। ਐਟ ਦਾ ਫੁੱਟ ਆਫ ਦਾ ਹਿੱਲ, ਹਿੱਲ ਦੀ ਗੱਲ ਹੋਈ ਇਸ ਕਰਕੇ ਦਾ ਲੱਗਾ। ਦਾ ਬਾਲ ਸਟੋਪਡ ਹੇਅਰ, ਹੁਣ ਬਾਲ ਦੀ ਗੱਲ ਪਹਿਲਾਂ ਵੀ ਹੋਈ ਹੈ ਇਸ ਕਰਕੇ ਸਪੈਸੀਫਿਕ ਹੈ ਤਾਂ ਇਹ ਦਾ ਲੱਗਾ। ਸੈਕਿੰਡ ਐਕਸਰਸਾਈਜ਼ ਹੈ ਵੈਨ ਐਡੀਸ਼ਨ ਵਾਜ਼ 12 year old, ਐਡੀਸ਼ਨ 12 ਸਾਲ ਦਾ ਹੀ ਬਿਕੇਮ ਏ ਨਿਊਜ਼ ਬੋਏ, ਉਹ ਇੱਕ ਨਿਊਜ਼ ਬੋਏ ਬਣਿਆ। ਔਨ ਦਾ ਟ੍ਰੇਨ ਦੈਟ ਲੈਫਟ ਪੋਰਟ ਹਿਊਰੋਨ ਇਨ ਦਾ ਈਵਨਿੰਗ, ਉਸ ਟ੍ਰੇਨ 'ਤੇ ਜਿਹੜੀ ਪੋਰਟ ਹਿਊਰੋਨ ਤੋਂ ਸ਼ਾਮ ਨੂੰ ਚੱਲਦੀ ਸੀ। ਹੁਣ ਟ੍ਰੇਨ ਦੀ ਵੀ ਗੱਲ ਸਪੈਸੀਫਿਕ ਹੋ ਗਈ ਵੀ ਕਿਹੜੀ ਟ੍ਰੇਨ ਆ ਜਿਹੜੀ ਸ਼ਾਮ ਨੂੰ ਪੋਰਟ ਹਿਊਰੋਨ ਤੋਂ ਚੱਲਦੀ ਸੀਗੀ, ਇਸ ਕਰਕੇ ਇਹਨਾਂ ਦੋਵਾਂ ਦੇ ਅੱਗੇ ਦਾ ਲੱਗਾ। ਐਡੀਸਨ ਸੈਟ ਅਪ ਏ ਲੈਬੋਰਟਰੀ ਇਨ ਦਾ ਬੈਗੇਜ ਕਾਰ ਆਫ ਦਾ ਟ੍ਰੇਨ, ਟ੍ਰੇਨ ਦੇ ਵਿੱਚ ਜਿੱਥੇ ਸਮਾਨ ਰੱਖਿਆ ਜਾਂਦਾ ਸੀ ਉੱਥੇ ਉਹਨੇ ਆਪਣੀ ਲੈਬੋਰਟਰੀ ਬਣਾਈ ਸੀ। ਹੁਣ ਸਪੈਸੀਫਿਕ ਗੱਲਾਂ ਹੋ ਰਹੀਆਂ ਕਿ ਇੱਥੇ ਲੈਬੋਰਟਰੀ ਬਣਾਈ ਜਿੱਥੇ ਉਹ ਬੈਗੇਜ ਸੀਗਾ ਟ੍ਰੇਨ ਦਾ, ਉਹ ਵੀ ਸਪੈਸੀਫਿਕ ਖਾਸ ਆ, ਇਸ ਕਰਕੇ ਦਾ ਲੱਗਾ। ਬਿਕੋਜ਼ ਹੀ ਡਿਡ ਨਾਟ ਵਾਂਟ ਟੂ ਵੇਸਟ ਐਨੀ ਟਾਈਮ, ਉਹ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਸੀਗਾ। ਨੈਗੇਟਿਵ ਸੈਂਟੈਂਸ ਵਿੱਚ ਐਨੀ ਆਏਗਾ, ਪੋਜ਼ੀਟਿਵ 'ਚ ਸਮ ਆਏਗਾ। ਲੇਟਰ ਹੀ ਬੌਟ ਏ ਪ੍ਰਿੰਟਿੰਗ ਪ੍ਰੈਸ, ਫਿਰ ਉਹਨੇ ਇੱਕ ਪ੍ਰਿੰਟਿੰਗ ਪ੍ਰੈਸ ਖਰੀਦੀ, ਪਤਾ ਨਹੀਂ ਕਿਹੜੀ ਖਰੀਦੀ, ਇੱਕ ਖਰੀਦੀ ਉਹਨੇ, ਇਸ ਕਰਕੇ ਇਹ ਲੱਗਾ। ਸੈਟਅਪ ਇਨ ਹਿਸ ਲੈਬੋਰਟਰੀ ਔਰ ਵੀਲ, ਅਤੇ ਉੱਥੇ ਉਹਨੇ ਲੈਬੋਰਟਰੀ ਔਨ ਵੀਲ ਦੇ ਉੱਤੇ ਸੈਟਅਪ ਕੀਤੀ। ਹੀ ਪਬਲਿਸ਼ਡ ਏ ਵੀਕਲੀ ਪੇਪਰ, ਉਹਨੇ ਇੱਕ ਆਪਣਾ ਹਫਤਾਵਾਰੀ ਪੇਪਰ ਸ਼ੁਰੂ ਕੀਤਾ। ਇਹ ਲੱਗਾ ਕਿਉਂਕਿ ਪਤਾ ਨਹੀਂ ਕਿਹੜਾ ਪੇਪਰ ਸ਼ੁਰੂ ਕੀਤਾ, ਜੇ ਉਹਦਾ ਨਾਂ ਦੱਸ ਦਿੰਦਾ ਤਾਂ ਦਾ ਲੱਗ ਜਾਣਾ ਸੀ। ਵਿਚ ਹੀ ਸੋਲਡ ਫਾਰ 3 cents ਏ ਕਾਪੀ, ਇੱਕ ਕਾਪੀ ਉਹਦੀ 3 ਸੈਂਟ ਦੀ ਵੇਚਦਾ ਸੀ। ਐਟ ਦ ਸੇਮ ਟਾਈਮ ਐਡੀਸ਼ਨ ਸਪੈਂਟ ਸਮ ਆਫ ਹਿਸ ਫਰੀ ਆਰ ਰੀਡਿੰਗ ਇਨ ਏ ਪਬਲਿਕ ਲਾਇਬ੍ਰੇਰੀ, ਇੱਕ ਪਬਲਿਕ ਲਾਇਬ੍ਰੇਰੀ 'ਚੋਂ ਪੜ੍ਹਦਾ ਸੀ, ਉਹਦਾ ਵੀ ਨਾਂ ਨਹੀਂ ਦੱਸਿਆ, ਠੀਕ ਹੈ। ਸਮ ਮਤਲਬ ਕੁਛ ਸਮਾਂ ਜਿਹੜਾ ਉਹ ਆਪਣਾ ਪਬਲਿਕ ਲਾਇਬ੍ਰੇਰੀ 'ਚ ਕੱਢਦਾ ਸੀ, ਠੀਕ ਹੈ। 'ਚ ਦੋ ਚੀਜ਼ਾਂ ਨਵੀਆਂ ਆਈਆਂ, ਸਮ ਅਤੇ ਐਨੀ। ਸਮ ਵੀ ਕੁਛ ਨਹੀਂ ਲੱਗਦਾ, ਐਨੀ ਵੀ ਕੁਛ ਨਹੀਂ ਲੱਗਦਾ, ਠੀਕ ਹੈ। ਪਰ ਸਮ ਜਿਹੜਾ ਪੋਜ਼ੀਟਿਵ ਸੈਂਟੈਂਸ ਵਿੱਚ ਲੱਗਦਾ, ਐਨੀ ਨੈਗੇਟਿਵ ਸੈਂਟੈਂਸ 'ਚ ਲੱਗਦਾ, ਯਾਨੀ ਉਹਦੀ ਸੈਂਸ ਨੈਗੇਟਿਵ ਹੁੰਦੀ ਹੈ ਐਨੀ ਦੀ। ਤੀਸਰੀ ਐਕਸਰਸਾਈਜ਼ ਆ ਦਾ ਓਲਡ ਮੈਨ ਵਾਜ਼ ਲੈਫਟ ਵਿਦ ਓਨਲੀ ਏ ਲਿਟਲ ਮਨੀ ਇਨ ਦਾ ਬੈਂਕ। ਹੁਣ ਇਹ ਲਿਟਲ ਆ, ਲਿਟਲ ਮਤਲਬ ਥੋੜ੍ਹੀ, ਨਾ ਦੇ ਬਰਾਬਰ। ਇਹ ਲਿਟਲ ਮਤਲਬ ਕੁਛ, ਥੋੜ੍ਹੀ ਜਿਹੀ, ਯਾਨੀ ਨਾ ਤੋਂ ਥੋੜ੍ਹੀ ਜ਼ਿਆਦਾ, ਠੀਕ ਹੈ। ਅਤੇ ਦਾ ਲਿਟਲ, 3 ਚੀਜ਼ਾਂ, ਲਿਟਲ, ਏ ਲਿਟਲ ਅਤੇ ਦਾ ਲਿਟਲ। ਯਾਨੀ ਜਦੋਂ ਆਪਾਂ ਲਿਟਲ ਲਾਵਾਂਗੇ
ਤਾਂ ਉਹ ਨਾ ਦੇ ਬਰਾਬਰ ਹੈ, ਯਾਨੀ ਹੈ ਪਰ ਨਾ ਦੇ ਬਰਾਬਰ। ਜਦੋਂ ਆਪਾਂ ਏ ਲਿਟਲ ਲਾਵਾਂਗੇ ਉਹਦਾ ਮਤਲਬ ਥੋੜ੍ਹੀ ਜੀ, ਅਤੇ ਜੋ ਦਾ ਲਿਟਲ ਲਾਵਾਂਗੇ ਹੈਗੀ ਤਾਂ ਥੋੜ੍ਹੀ ਹੈ ਪਰ ਸਾਰੀ, ਠੀਕ ਹੈ, ਚੀਜ਼ ਥੋੜ੍ਹੀ ਹੈ ਬਟ ਸਾਰੀ ਹੈ। ਅ ਲਿਟਲ ਮਨੀ ਇਨ ਦਾ ਬੈਂਕ, ਉਹਦੀ ਥੋੜ੍ਹੀ ਜਿਹੀ, ਉਹਦੇ ਕੋਲ ਥੋੜ੍ਹੇ ਪੈਸੇ ਸੀ ਬੈਂਕ ਦੇ ਵਿੱਚ। ਹੀ ਡਿਡਨਟ ਸਪੈਂਡ ਐਨੀ ਔਨ ਹਿਮਸੈਲਫ, ਉਹਨੇ ਆਪਣੇ ਉੱਤੇ ਪੈਸੇ ਨਹੀਂ ਖਰਚੇ। ਡਿਡਨਟ ਨੋਟ ਲੱਗਾ, ਐਨੀ ਇਸ ਕਰਕੇ ਵਰਤਿਆ ਗਿਆ। ਹੀ ਵਾਂਟਿਡ ਟੂ ਸੇਵ ਅ ਲਿਟਲ ਫਾਰ ਹਿਸ ਰੇਨੀ ਡੇਜ਼, ਉਹਨੇ ਕੁਛ ਪੈਸੇ ਬਚਾਏ ਬਾਰਿਸ਼ ਦੇ ਦਿਨਾਂ ਵਾਸਤੇ। ਨਨ ਆਫ 3 ਸਨ ਬੋਦਰ ਟੂ ਕੇਅਰ ਫਾਰ ਹਿਮ, ਉਹਦੇ 3 ਪੁੱਤਰ ਸਨ ਪਰ ਉਹਦਾ ਕੋਈ ਵੀ ਖਿਆਲ ਨਹੀਂ ਰੱਖਦਾ ਸੀ। ਹੀ ਡਿਡਨਟ ਵਾਂਟ ਟੂ ਬੀ ਡਿਪੈਂਡੈਂਟ ਔਨ ਐਨੀ ਆਫ ਦੈਮ, ਉਹ ਕਿਸੇ 'ਤੇ ਵੀ ਡਿਪੈਂਡੈਂਟ ਨਹੀਂ ਹੋਣਾ ਚਾਹੁੰਦਾ ਸੀ, ਇਸ ਕਰਕੇ ਉਹਨੇ ਪੈਸੇ ਬਚਾ ਕੇ ਰੱਖੇ ਸੀ। ਅੱਗੇ ਐਕਸਰਸਾਈਜ਼ 2 ਆ ਫਿਊ ਦਾ ਫਿਊ, ਇਹਦਾ ਵੀ ਇਹੀ ਮਤਲਬ ਆ, ਠੀਕ ਹੈ। ਫਿਊ ਵਰ ਦਾ ਵਰਡਸ ਰਾਮ ਸਪੋਕ, ਕੁਛ ਸ਼ਬਦ ਰਾਮ ਨੇ ਬੋਲੇ ਨਾ ਦੇ ਬਰਾਬਰ, ਯਾਨੀ ਮੰਨ ਲਓ 5 ਬੰਦੇ ਬੈਠੇ ਉੱਥੇ, ਇੱਕ ਬੰਦੇ ਨੇ ਸਿਰਫ ਹੈਲੋ ਹੀ ਕਿਹਾ, ਠੀਕ ਹੈ ਨਾ, ਯਾਨੀ ਨਾ ਦੇ ਬਰਾਬਰ ਬੋਲਿਆ, ਉਹਦੇ ਬੋਲਣ ਦਾ ਕੋਈ ਫਾਇਦਾ ਕਿਸੇ ਨੂੰ ਨਹੀਂ ਹੋਇਆ। ਉੱਥੇ ਆਉਣਾ ਫਿਊ। ਦਾ ਫਿਊ ਬੁੱਕਸ ਸ਼ੀ ਹੈਡ ਵਰ ਆਲ ਡਿਸਟਰੋਇਡ, ਉਹਦੇ ਕੋਲ ਜਿੰਨੀਆਂ ਕਿਤਾਬਾਂ ਸੀ, ਹੈਗੀਆਂ ਥੋੜ੍ਹੀਆਂ ਸੀ, ਫਿਊ ਮਤਲਬ ਥੋੜ੍ਹੀਆਂ, ਜਿੰਨੀਆਂ ਸੀ ਪਰ ਥੋੜ੍ਹੀਆਂ, ਅਤੇ ਜਿੰਨੀਆਂ ਸਾਰੀਆਂ ਹੀ ਡਿਸਟਰੋਏ ਹੋ ਗਈਆਂ। ਮੰਨ ਲਓ ਉਹਦੇ ਕੋਲ 5 ਜਾਂ 6 ਕਿਤਾਬਾਂ ਸੀ, ਥੋੜ੍ਹੀਆਂ ਸੀ ਪਰ ਉਹ ਸਾਰੀਆਂ ਡਿਸਟਰੋਏ ਹੋ ਗਈਆਂ। ਇਹਦਾ ਮਤਲਬ ਇਹ ਆ, ਹੀ ਹੈਡ ਰੀਡ ਓਨਲੀ ਅ ਫਿਊ ਪੋਇਮ, ਉਹਨੇ ਥੋੜ੍ਹੀਆਂ ਜਿਹੀਆਂ ਕਵਿਤਾਵਾਂ ਪੜ੍ਹੀਆਂ, ਠੀਕ ਹੈ, ਸਾਰੀਆਂ ਨਹੀਂ ਪੜ੍ਹੀਆਂ, ਥੋੜ੍ਹੀਆਂ ਪੜ੍ਹੀਆਂ। ਦਾ ਫਿਊ ਫਰੈਂਡਸ ਸ਼ੀ ਹੈਜ਼ ਆਲ ਇਨਸਿੰਸੀਅਰ, ਉਹਦੇ ਜਿੰਨੇ ਵੀ ਦੋਸਤ ਆ ਸਾਰੇ ਇਨਸਿੰਸੀਅਰ ਆ, ਠੀਕ ਹੈ, ਯਾਨੀ ਉਹਦੇ ਦੋਸਤ ਹੈਗੇ ਆ, ਥੋੜ੍ਹੇ ਦੋਸਤ ਆ ਪਰ ਸਾਰੇ ਦੇ ਸਾਰੇ ਇੱਦਾਂ ਦੇ ਆ। ਫਿਊ ਮੈਨ ਕੈਨ ਰਜਿਸਟ ਦਿਸ ਟੈਂਪਟੇਸ਼ਨ, ਕੁਛ ਲੋਕ ਹੀ ਆਪਣੀ ਜਿਹੜੀ ਲਾਲਸਾ ਨੂੰ ਰੋਕ ਸਕਦੇ ਆ, ਲਾਲਚ ਨੂੰ ਰੋਕ ਸਕਦੇ ਆ, ਨਾ ਦੇ ਬਰਾਬਰ। ਅ ਫਿਊ ਡੇਜ਼ ਰੈਸਟ ਵਿਲ ਡੂ ਯੂ ਗੁੱਡ, ਕੁਛ ਦਿਨਾਂ ਦੀ ਜੇ ਤੁਸੀਂ ਰੈਸਟ ਕਰੋਗੇ, ਥੋੜ੍ਹੇ ਦਿਨਾਂ ਦੀ ਰੈਸਟ ਕਰੋਗੇ ਤਾਂ ਠੀਕ ਹੋ ਜਾਓਗੇ। ਦਾ ਫਿਊ ਸੁਜੈਸ਼ਨ ਹੀ ਗੇਵ ਵਰ ਆਲ ਅਸੈਪਟਡ, ਜਿੰਨੇ ਕੁ ਉਹਨੇ ਸਲਾਹ ਦਿੱਤੀ ਉਹ ਸਾਰੀ ਮੰਨ ਲਈ ਗਈ। ਫਿਊ ਪੀਪਲ ਲਿਵ ਟੂ ਬੀ 80, ਨਾ ਦੇ ਬਰਾਬਰ ਲੋਕ ਹੀ 80 ਤੱਕ ਪਹੁੰਚਦੇ ਆ, ਠੀਕ ਹੈ ਨਾ। ਸੋ ਇਹ ਬੱਚੇ ਫਰਕ ਆ ਫਿਊ, ਆ ਫਿਊ ਅਤੇ ਦਾ ਫਿਊ ਦੇ ਵਿੱਚ, ਮਤਲਬ ਇਹਨਾਂ ਦਾ ਵੀ ਥੋੜ੍ਹਾ ਹੀ ਆ, ਜਿਵੇਂ ਲਿਟਲ ਦਾ ਉੱਦਾਂ ਹੀ ਫਿਊ ਆ। ਥਰਡ ਐਕਸਰਸਾਈਜ਼ ਆ, ਉਹ 'ਚ ਕੁਛ ਐਰਰ ਆ, ਐਰਰ ਦੀ ਥਾਂ 'ਤੇ ਉਹ ਕਰੈਕਸ਼ਨ ਕਰਕੇ ਅੱਗੇ ਦੱਸਿਆ ਗਿਆ ਆ ਵੀ ਕੀ ਹੋਣਾ ਚਾਹੀਦਾ ਸੀਗਾ। ਦੇਅਰ ਲਿਵਡ, ਇੱਥੇ ਦਾ ਪੂਰ ਲੱਗਾ, ਇਹ ਪਿਓਰ ਆਉਣਾ ਸੀ, ਕਿਉਂਕਿ ਗਰੀਬ ਦੀ ਗੱਲ ਕੀਤੀ ਕਿਸੇ ਬੰਦੇ ਦੀ, ਪਰ ਸਾਨੂੰ ਜਾਣਦੇ ਨਹੀਂ ਕੌਣ ਹੈਗਾ। ਇਨ ਦਾ ਵਿਲੇਜ ਕਿਹਾ, ਫਿਰ ਪਿੰਡ ਦੇ ਬਾਰੇ ਵੀ ਨਹੀਂ ਸਾਨੂੰ ਪਤਾ, ਇਸੇ ਕਰਕੇ ਇੱਥੇ ਵੀ ਇਹ ਆਉਣਾ ਸੀ। ਹੀ ਹੈਡ ਏ ਡਾਟਰ ਹੂ ਵਾਜ਼ ਆਲਵੇਜ਼ ਲੋਸਟ ਇਨ ਹਿਸ ਡੇ ਡਰੀਮਸ, ਹਿਜ਼ ਨਹੀਂ ਆਉਣਾ ਸੀ, ਹਰ ਆਉਣਾ, ਕਿਉਂਕਿ ਕੁੜੀ ਦੀ ਗੱਲ ਹੋ ਰਹੀ ਹੈ। ਵਨ ਡੇ ਸ਼ੀ ਵਾਜ਼ ਵਾਕਿੰਗ ਅਲੋਂਗ ਦਾ ਰੋਡ ਨਹੀਂ ਆਉਣਾ ਸੀ, ਇਹ ਰੋਡ ਆਉਣਾ, ਕਿਉਂਕਿ ਪਹਿਲੀ ਵਾਰੀ ਗੱਲ ਹੋ ਰਹੀ ਹੈ, ਸਪੈਸੀਫਿਕ ਨਹੀਂ ਹੈਗਾ। ਸ਼ੀ ਹੈਡ ਦਾ ਬਾਸਕਟ, ਇੱਥੇ ਵੀ ਦਾ ਬਾਸਕਟ ਨਹੀਂ ਆਉਣਾ, ਇਹ ਆਉਣਾ, ਕਿਉਂਕਿ ਪਹਿਲੀ ਵਾਰੀ ਬਾਸਕਟ ਦੀ ਗੱਲ ਹੋ ਰਹੀ ਹੈ, ਉਹਦੇ ਕੋਲ ਆਂਡਿਆਂ ਦੀ ਬਾਸਕਟ ਸੀ। ਔਨ ਹਿਜ਼ ਹੈਡ ਲਿਖਿਆ, ਹਿਜ਼ ਨਹੀਂ, ਹਰ, ਕਿਉਂਕਿ ਕੁੜੀ ਸੀ। ਸ਼ੀ ਬਿਗੇਨ ਟੂ ਡਰੀਮ ਆਫ ਆ ਰਿਚਿਸ ਸ਼ੀ ਵੁੱਡ ਅਰਨ, ਇੱਥੇ ਰਿਚਿਸ ਦੇ ਨਾਲ ਦਾ ਆਉਣਾ ਸੀ। ਸਡਨਲੀ ਦਾ ਕਾਓ ਹਿਟ ਹਰ, ਆ ਕਾਓ ਆਉਣਾ, ਕਿਉਂਕਿ ਪਹਿਲੀ ਵਾਰੀ ਆਏ ਆ, ਕਾਂ ਦੀ ਗੱਲ ਕੀਤੀ। ਹਿਜ਼ ਬਾਸਕਟ, ਹਿਜ਼ ਨਹੀਂ ਆਉਣਾ, ਹਰ ਬਾਸਕਟ ਆਫ ਐਗਸ ਫੈਲ ਡਾਊਨ ਔਨ ਆ ਰੋਡ, ਆ ਰੋਡ ਨਹੀਂ ਆਉਣਾ, ਦਾ ਰੋਡ ਆਉਣਾ, ਕਿਉਂਕਿ ਰੋਡ ਦੀ ਗੱਲ ਪਹਿਲਾਂ ਹੋ ਗਈ ਹੈ। ਆਲ ਦਾ ਐਗਸ ਵਰ ਬ੍ਰੋਕਨ, ਸ਼ੀ ਸਟਾਰਟਡ ਕ੍ਰਾਈਂਗ। ਸੋ ਇੱਦਾਂ ਇਹ ਕਰੈਕਸ਼ਨ ਸੀਗੇ। ਅੱਗੇ ਅਗਲੀ ਐਕਸਰਸਾਈਜ਼ ਆ, ਇਹ ਸਮ ਐਨੀ ਦੇ ਨਾਲ ਸੰਬੰਧਿਤ ਆ। ਸਮ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਪੋਜ਼ੀਟਿਵ ਵਾਸਤੇ ਯੂਜ਼ ਹੁੰਦਾ, ਪਰ ਜਦੋਂ ਕੁਐਸਚਨ ਵਾਲੇ ਸੈਂਟੈਂਸ ਆ ਜਾਂਦੇ ਆ ਤਾਂ ਸਮ ਨੈਗੇਟਿਵਲੀ ਯੂਜ਼ ਹੁੰਦਾ, ਐਨੀ ਪੋਜ਼ੀਟਿਵਲੀ ਆ ਜਾਂਦਾ, ਇਹ ਯਾਦ ਰੱਖਿਓ। ਹੁਣ ਦੇਖਿਆ ਵਾਈ ਡੋਂਟ ਯੂ ਗੋ ਐਂਡ ਗੈਟ ਸਮ ਮੈਡੀਸਿਨ, ਹੈ ਨੈਗੇਟਿਵ ਸੈਂਟੈਂਸ ਹੈ, ਡੋਂਟ ਲੱਗਾ, ਬਟ ਕਿਉਂਕਿ ਕੁਐਸਚਨ ਵਾਲਾ ਇਸ ਕਰਕੇ ਇੱਥੇ ਸਮ ਲੱਗਾ, ਐਨੀ ਨਹੀਂ ਲੱਗਾ, ਠੀਕ ਹੈ। ਜੇਕਰ ਇਹ ਹੁੰਦਾ ਯੂ ਗੋ ਐਂਡ ਗੈਟ ਤਾਂ ਐਨੀ ਮੈਡੀਸਨ ਆਉਣਾ ਸੀ। ਇਟ ਇਜ਼ ਅ ਟੈਰੀਬਲ ਡਿਸੀਜ਼ ਇਫ ਯੂ ਡੂ ਨਾਟ
ਟੇਕ ਐਨੀ ਪ੍ਰੀਕੋਸ਼ਨ, ਜੇ ਤੁਸੀਂ ਕੋਈ ਪ੍ਰੀਕੋਸ਼ਨ ਨਹੀਂ ਲਓਗੇ ਯੂ ਵਿਲ ਹੈਵ ਟੂ ਫੀਲ ਸੌਰੀ, ਤਾਂ ਤੁਹਾਨੂੰ ਦੁੱਖ ਹੋਏਗਾ। ਆਈ ਨੋ ਏ ਫਰੈਂਡ ਆਫ ਮਾਈਨ ਹੂ ਇਜ਼ ਐਨ ਐਕਸਪਰਟ ਐੜੇ ਦੀ ਆਵਾਜ਼ ਆ ਰਹੀ ਹੈ, ਇਸ ਕਰਕੇ ਐਨ ਲੱਗਾ, ਇਹ ਨਹੀਂ ਲੱਗਾ। ਇਨ ਟ੍ਰੀਟਿੰਗ ਦਿਸ ਡਿਸੀਜ਼, ਇਸ ਡਿਸੀਜ਼ ਨੂੰ ਠੀਕ ਕਰਨ ਦੇ ਲਈ ਮੇਰਾ ਦੋਸਤ ਹੈ ਐਕਸਪਰਟ। ਹੀ ਲਿਵਸ ਇਨ ਏ ਹਾਊਸ, ਇੱਕ ਘਰ 'ਚ ਰਹਿੰਦਾ ਹੈ, ਕਿਹੜੇ ਘਰ 'ਚ ਨਹੀਂ ਪਤਾ। ਸਿਚੁਏਟਡ ਇਨ ਦਾ ਸਟਰੀਟ ਆਪੋਜ਼ਿਟ ਦਾ ਸਿਵਲ ਹਸਪੀਟਲ, ਹੁਣ ਇੱਥੇ ਦਾ ਲੱਗਾ, ਹੁਣ ਸਿਵਲ ਹਸਪੀਟਲ ਸਪੈਸੀਫਿਕ ਹੈ, ਪਤਾ ਸਾਨੂੰ ਸਿਵਲ ਹਸਪੀਟਲ ਕਿੱਥੇ ਹੁੰਦਾ, ਇਸ ਕਰਕੇ ਉਹਦਾ ਦਾ ਲੱਗਾ, ਇਹ ਨਹੀਂ ਲੱਗਾ। ਜੇ ਇਕੱਲਾ ਹਸਪੀਟਲ ਲਿਖਿਆ ਹੁੰਦਾ ਫਿਰ ਇੱਥੇ ਇਹ ਆਉਣਾ ਸੀ, ਗੋ ਐਂਡ ਗੈਟ ਦਾ ਮੈਡੀਸਨ। ਸੋ ਫਿਫਥ ਐਕਸਰਸਾਈਜ਼, ਹੈਵ ਯੂ ਗੋਟ ਐਨੀ ਬਟਰ, ਕੀ ਤੁਹਾਡੇ ਕੋਲ ਕੋਈ ਮੱਖਣ ਹੈਗਾ, ਠੀਕ ਹੈ ਨਾ। ਐਨੀ ਆਇਆ, ਨੈਗੇਟਿਵ ਹੁੰਦਾ ਤਾਂ ਸਮ ਆਉਣਾ ਸੀ। ਵਿਲ ਯੂ ਗਿਵ ਮੀ, ਤਿੰਨ ਚੀਜ਼ਾਂ ਤਿੰਨੇ ਆ ਸਕਦੀਆਂ। ਦੇਅਰ ਵਾਸ ਹਾਰਡਲੀ ਐਨੀ ਮਿਸਟੇਕ, ਐਨੀ ਆ ਗਿਆ ਕਿਉਂਕਿ ਹਾਰਡਲੀ ਜਿਹੜਾ ਆ ਨੈਗੇਟਿਵ ਸੈਂਸ ਵਿੱਚ ਆਉਂਦਾ। ਐਵਰੀ ਮੈਨ ਵਿਸ਼ਿਜ਼ ਟੂ ਬੀ ਹੈਪੀ, ਹਰੇਕ ਬੰਦਾ ਖੁਸ਼ ਹੋਣਾ ਚਾਹੁੰਦਾ ਹੈ। ਯੂ ਕੈਨ ਗੋ ਬਾਏ ਦਿਸ ਰੋਡ, ਤੁਸੀਂ ਇਸ ਰੋਡ ਦੇ ਰਾਹੀਂ ਜਾ ਸਕਦੇ ਹੋ। ਵੀ ਹੈਵਨਟ ਐਨੀ ਬੁੱਕ, ਸਾਡੇ ਕੋਲ ਕੋਈ ਕਿਤਾਬ ਨਹੀਂ ਹੈ। ਹਾਊ ਮੱਚ ਲੱਗਦਾ ਅਨਕਾਊਂਟੇਬਲ ਨਾਉਨ ਦੇ ਲਈ, ਤੁਹਾਨੂੰ ਕਿੰਨਾ ਚਾਹੀਦਾ ਹੈ। ਹੀ ਵਿਲ ਪੇ ਦਾ ਪ੍ਰਾਈਸ ਯੂ ਆਸਕ, ਉਹ ਪੈਸੇ ਦਊਗਾ ਜਿੰਨੇ ਤੁਸੀਂ ਕਹੋਗੇ। ਸ਼ੀ ਹੈਜ਼ ਬੌਟ ਸਮ ਪੈਨਸ, ਉਹ ਕੁਛ ਪੈਨ ਲੈ ਕੇ ਆਇਆ, ਪੋਜ਼ੀਟਿਵ ਸੈਂਟੈਂਸ ਹੈ, ਸਮ ਲੱਗਾ। ਹੈਜ਼ ਦਾ ਐਨੀ ਫਰੈਂਡ ਇਜ਼ ਇਨ ਦਾ ਟਾਊਨ, ਕਿ ਉਹਦਾ ਕੋਈ ਦੋਸਤ ਹੈਗਾ ਟਾਊਨ ਦੇ ਵਿੱਚ। ਨੈਗੇਟਿਵ ਸੈਂਟੈਂਸ ਨਹੀਂ ਹੈਗਾ, ਪੋਜ਼ੀਟਿਵ ਆ, ਬਟ ਪੋਜ਼ੀਟਿਵ ਦੇ ਵਿੱਚ ਐਨੀ ਲੱਗੇਗਾ, ਨੈਗੇਟਿਵ ਦੇ ਵਿੱਚ ਸਮ ਲੱਗੇਗਾ ਜਦੋਂ ਇੰਟੈਰੋਗੇਟਿਵ ਸੈਂਟੈਂਸ ਹੋਣਗੇ, ਪ੍ਰਸ਼ਨ ਵਾਲੇ। ਸੋ ਉਹ 'ਚ ਇਹ ਸੀ ਤੁਹਾਡੀ ਡਿਟਰਮੀਨਰ ਅਤੇ ਇਹਦੇ ਨਾਲ ਰਿਲੇਟਿਡ ਐਕਸਰਸਾਈਜ਼। ਜ਼ਿਆਦਾ ਚੀਜ਼ਾਂ ਨਹੀਂ ਹੈਗੀਆਂ, ਏ ਐਨ ਦਾ, ਸਮ, ਐਨੀ ਅਤੇ ਲਿਟਲ, ਫਿਊ ਇਹਦੇ ਬਾਰੇ ਹੈਗਾ। ਬਾਕੀ ਬਹੁਤੀਆਂ ਚੀਜ਼ਾਂ ਵਿੱਚ ਨਹੀਂ ਐਕਸਰਸਾਈਜ਼ ਦੇ ਵਿੱਚ ਯੂਜ਼ ਕੀਤੀਆਂ ਗਈਆਂ, ਪਰ ਤੁਹਾਨੂੰ ਡਿਟੇਲ ਦੇ ਵਿੱਚ ਸਾਰਾ ਦੱਸਿਆ ਗਿਆ। ਤੁਸੀਂ ਧਿਆਨ ਨਾਲ ਇਹਨੂੰ ਦੇਖਿਓ ਅਤੇ ਸਮਝ ਲਿਓ। ਧੰਨਵਾਦ।